हाँ जी दोस्तों, वेलकम बैक। ये 9 दिसंबर के क्वेश्चन आंसर्स का पार्ट 2 है। पार्ट 1 जिन्होंने नहीं देखा वो दे सकता है। इससे पिछली वीडियो एक क्वेश्चन एक लड़के ने किया था, लेकिन वो समझ नहीं आया, लेकिन बाबा जी के वचन याद हैं तो वो सुने। बाबा जी ने फरमाया सी, बेटा मालिक ने जे सानू भेजा है ਤਾਂ ਬੜੀ ਸੋਚ ਸਮਝ ਕੇ ਭੇਜਿਆ ਹੈ। ਹੁਣ ਆਪਾਂ ਮਨ ਦੇ ਅਧੀਨ ਹੋ ਕੇ ਚੱਲ ਰਹੇ ਹਾਂ। ਮਨ ਅਲੱਗ-ਅਲੱਗ ਭਾਵਨਾਵਾਂ ਸਾਡੇ ਅੱਗੇ ਰੱਖਦਾ ਹੈ। ਹੁਣ ਜਦੋਂ ਦਾ ਇਨਸਾਨ ਸ੍ਰਿਸ਼ਟੀ 'ਚ ਆਇਆ ਹੈ, ਇਹਨੇ ਆਪਣੀ ਚਾਹਤਾਂ ਨੂੰ ਅਹਿਮ ਮੰਨਿਆ ਹੈ। ਗਲਤ ਚੀਜ਼ਾਂ ਮੰਗ ਕੇ ਬੈਠ ਗਿਆ ਹੈ। ਇਸੇ ਕਰਕੇ ਬਾਰ-ਬਾਰ ਆਉਣਾ ਪੈਂਦਾ ਹੈ। ਹੁਣ ਫੇਰ ਇਹਨੂੰ ਮੌਕਾ ਦਿੱਤਾ ਹੈ। ਚਾਹੀਦਾ ਤਾਂ ਇਹ ਹੈ ਆਪਾਂ ਉਹਦੇ ਭਾਣੇ ਵਿੱਚ ਰਹੀਏ, ਹੁਕਮ ਵਿੱਚ ਰਹੀਏ। ਆਪਾਂ ਫੇਰ ਮਨ ਦੇ ਅਧੀਨ ਹੋ ਗਏ। ਆ ਠੀਕ ਹੈ, ਆ ਗਲਤ ਹੈ, ਮੇਰੇ ਨਾਲ ਐਂ ਹੋ ਗਿਆ, ਮੇਰੀ ਜ਼ਿੰਦਗੀ ਖਤਮ ਹੋ ਜਾਵੇ। ਇਸ ਕਰਕੇ ਜੇ ਸਾਨੂੰ ਮੌਕਾ ਮਿਲਦਾ ਹੈ ਤਾਂ ਆਪਾਂ ਮੌਕੇ ਦਾ ਫਾਇਦਾ ਉਠਾਈਏ, ਆਪਣੇ ਵੱਲੋਂ ਮਿਹਨਤ ਕਰੀਏ। ਬਾਕੀ ਜੋ ਨੇ ਕਿਸਮਤ 'ਚ ਲਿਖਿਆ है ਜ਼ਰੂਰ मिलूगा बेटा। अगला सवाल एक लड़की ने किया था, बाबा जी मेजॉरिटी इतनी मुश्किल क्यों है? उसने मेजॉरिटी कहा था या मैच्योरिटी कहा था ये नहीं पता। बाबा जी ने फरमाया कि ऐसा नहीं है कि अगर ज़्यादा लोग एक चीज़ को ठीक कहें तो वो सही है। मालिक ने हमें विवेक दिया है तो विवेक के साथ चलें। अगर हम भेड़ चाल में पड़े रहेंगे कि जो सब कर रहे हैं अगर वो हमने कर दिया तो भेड़ तो आंखें मीच के पहाड़ से छलांग लगा देती है। तो इसलिए हम अपना तर्क इस्तेमाल करें और सोच समझ के कदम उठाएं कि सही क्या है और गलत क्या है। बोझ तो हमें उठाना पड़ेगा। अगला सवाल उस लड़की ने किया कि बाबा जी जब हम आते हैं जाते हैं कहीं भी, तो जो गरीब होते हैं वो पैसे मांगते हैं, बच्चे भी होते हैं, तो उनको पैसे देना सही है या गलत? बाबा जी ने इस पर फरमाया कि जो ज़रूरतमंद है उसकी मदद करो, क्योंकि हम उस चीज़ का हिस्सा बन जाएंगे। अगर आप किसी को मुफ्त की आदत डाल दोगे और वो इस पे निर्भर हो जाएगा या गलत काम करेगा तो हम भी उस चीज़ का हिस्सा बन जाएंगे। कोई ज़रूरतमंद है उसकी मदद करोगे तो ठीक है, मगर ऐसे ही कोई मांग रहा है, अच्छा भला है। उसके बाद बाबा जी ने उस पर एक कहानी बताई थी जो रियल लाइफ है। वो वाक़या बॉम्बे में हुआ था कि बॉम्बे में एक साहब थे और उनका काम ही ये था, और उन्होंने पता नहीं कितने करोड़ों की दौलत दूसरों को अपना मोहताज बना के इकट्ठी कर ली। तो सोच समझ के मदद जरूर करनी चाहिए, मगर ज़रूरतमंद को। अगला क्वेश्चन एक मुंडे ने पूछा कि बाबा जी मैनू नाम ਦਾ नहीं ਮਿਲਿਆ, ਪਰ ਜਿਹੜੀ ਮੈਂ ਘਰੇ ਪਾਠ ਪੂਜਾ ਕਰਦਾ ਉਹਦਾ ਮੇਰੀ ਜ਼ਿੰਦਗੀ ਤੇ ਕੀ ਫਰਕ ਪੈਂਦਾ? ਐਦਾਂ ਕੁਝ ਪੁੱਛਿਆ ਸੀ। ਬਾਬਾ ਜੀ ਨੇ ਫਰਮਾਇਆ ਕਿ ਜ਼ਰੂਰ ਕਰੋ ਬੇਟਾ। ਆਪਾਂ ਨੂੰ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਪਾਠ ਪੂਜਾ ਨਹੀਂ ਕਰਨੀ ਚਾਹੀਦੀ, ਮਗਰ ਨਾਲ ਸਾਨੂੰ ਸਮਝਣਾ ਵੀ ਚਾਹੀਦਾ ਹੈ ਕਿ ਜੋ ਆਪਾਂ ਪੜ੍ਹ ਰਹੇ ਹਾਂ ਉਹ ਸਾਨੂੰ ਕੀ ਇਸ਼ਾਰਾ ਦੇ ਰਹੀ ਹੈ, ਕਿਸ ਚੀਜ਼ ਦੀ ਤਰਫ ਸਾਡਾ ਧਿਆਨ ਖਿੱਚ ਰਹੀ ਹੈ। ਹੁਣ ਕਿਸੇ ਨੂੰ ਕੋਈ ਬਿਮਾਰੀ ਹੈ, ਉਹ ਦਵਾਈ ਦਾ ਲੇਬਲ ਪੜ੍ਹ ਕੇ ਤਾਂ ਨਹੀਂ ਠੀਕ ਹੋ ਜਾਣੀ, ਉਸ ਉੱਤੇ ਅਮਲ ਵੀ ਤਾਂ ਕਰਨਾ ਹੈ ਨਾ। ਨੈਕਸਟ ਕੁਐਸਚਨ, ਬਾਬਾ ਜੀ ਜੋ ਸਾਡੇ ਕਰਮ ਬਣਦੇ ਆ ਇਹ ਕਰਮਾਂ ਤੋਂ ਆਪਾਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ? ਬਾਬਾ ਜੀ ਨੇ ਫਰਮਾਇਆ ਕਿ ਅਸੀਂ ਨਹੀਂ ਛੁਟਕਾਰਾ ਪਾ ਸਕਦੇ ਬੇਟਾ। ਇਹ ਤਾਂ ਜਿੰਨਾ ਚਿਰ ਉਸ ਮਾਲਿਕ ਦੀ ਬਖਸ਼ਿਸ਼ ਨਾ ਹੋਵੇ, ਆਪਾਂ ਤਾਂ ਕਈ ਜਨਮ ਵੀ ਆ ਕੇ ਕੋਸ਼ਿਸ਼ ਕਰ ਲਈਏ ਨਾ, ਸਾਤੋਂ ਨਹੀਂ ਹੋਣਾ। ਆਪਾਂ ਤਾਂ ਉਹਦੇ ਭਾਣੇ 'ਚ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਅਗਲਾ ਕੁਐਸਚਨ ਇੱਕ ਲੜਕੀ ਨੇ ਕੀਤਾ, ਬਾਬਾ ਜੀ ਤੁਸੀਂ ਖੰਡਾ ਬ੍ਰਹਮੰਡਾਂ ਦੇ ਮਾਲਿਕ ਹੋ, ਤੁਹਾਨੂੰ ਕੋਟੀ ਕੋਟੀ ਪ੍ਰਣਾਮ। ਬਾਬਾ ਜੀ ਨੇ ਉਸੇ ਟਾਈਮ ਕਿਹਾ, ਉਹ ਮੈਂ ਤਾਂ ਇੱਥੋਂ ਦਾ ਮਾਲਿਕ ਨਹੀਂ, ਖੰਡਾ ਬ੍ਰਹਮੰਡਾਂ ਦਾ ਮਾਲਿਕ ਕਿੱਥੋਂ ਬਣ ਜਾਊਂਗਾ। ਇਸ 'ਤੇ ਸੰਗਤ ਮੁਸਕਰਾਈ। ਫਿਰ ਉਸ ਕੁੜੀ ਨੇ ਕਿਹਾ ਕਿ ਬਾਬਾ ਜੀ ਅੱਜ ਤੁਹਾਡੇ ਦਰਸ਼ਨ ਕੀਤੇ, ਸਾਰੇ ਕਸ਼ਟ ਦੂਰ ਹੋ ਗਏ, ਸਾਰੇ ਦੁੱਖ ਦਰਦ ਦੂਰ ਹੋ ਗਏ। ਬਾਬਾ ਜੀ ਨੇ ਕਿਹਾ ਕਿ ਇਹ ਤਾਂ ਐਵੇਂ ਕਹਿਣ ਦੀ ਗੱਲ ਹੈ, ਐਵੇਂ ਥੋੜ੍ਹੀ ਨਾ ਦੁੱਖ ਦੂਰ ਹੁੰਦੇ ਆ। ਫਿਰ ਬਾਬਾ ਜੀ ਨੇ ਫਰਮਾਇਆ ਕਿ ਦੇਖੋ ਅਸੀਂ ਆਪਾਂ ਲਫ਼ਜ਼ਾਂ ਦੇ ਦਾਇਰੇ ਵਿੱਚ ਆ ਕੇ, ਸਾਡੀ ਭਾਵਨਾ ਵਿੱਚ ਆ ਕੇ ਇਹ ਸਭ ਚੀਜ਼ਾਂ ਕਹਿ ਦਿੰਦੇ ਹਾਂ, ਮਗਰ ਅਸਲ ਇਹੀ ਹੈ ਕਿ ਕਰਮਾਂ ਦਾ ਹਿਸਾਬ ਕਿਤਾਬ ਸਾਨੂੰ ਸਾਰਿਆਂ ਨੂੰ ਦੇਣਾ ਪਊਗਾ। ਜੈਸੀ ਕਰਨੀ ਵੈਸੀ ਭਰਨੀ। ਆਪਾਂ ਜਿੰਨੇ ਮਰਜ਼ੀ ਬਾਬਿਆਂ ਕੋਲੇ ਚਲੇ ਜਾਈਏ, ਜਿੰਨੇ ਮਰਜ਼ੀ ਡੇਰਿਆਂ ਤੇ ਚਲੇ ਜਾਈਏ, ਮਿਲੂਗਾ ਤਾਂ ਆਪਣੀ ਕਰਨੀ ਦਾ ਮਿਲੂਗਾ। ਅੱਗੇ ਉਸ ਕੁੜੀ ਨੇ ਹੋਰ ਵੀ ਗੱਲਾਂ ਕੀਤੀਆਂ ਸੀ। ਲਾਸਟ 'ਚ ਉਸ ਕੁੜੀ ਨੇ ਕਿਹਾ ਕਿ ਬਾਬਾ ਜੀ ਮੇਰੇ ਫਾਦਰ ਨੂੰ ਸ਼ੂਗਰ ਹੈ, BP ਹੈ, ਤਾਂ ਉਹਨਾਂ ਨੂੰ ਸਹੀ ਕਰਨਾ, ਮੇਰੀ ਮੰਮੀ ਨੂੰ ਸਹੀ ਕਰਨਾ, ਸਾਰਿਆਂ ਨੂੰ ਸਹੀ ਕਰਨਾ। ਤਾਂ ਬਾਬਾ ਜੀ ਨੇ ਉਹਨੂੰ ਉਸੇ ਟਾਈਮ ਕਿਹਾ ਕਿ ਮੈਨੂੰ ਵੀ ਸ਼ੂਗਰ ਹੈ, ਮੈਂ ਤਾਂ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਿਆ, ਤਾਂ ਤੁਹਾਨੂੰ ਸਾਰਿਆਂ ਨੂੰ ਕਿਵੇਂ ਕਰੂੰਗਾ। ਇਸ ਉੱਤੇ ਸੰਗਤ ਬਹੁਤ ਮੁਸਕਰਾਈ। ਫਿਰ ਉਸ ਕੁੜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਸਾਰਿਆਂ ਨੂੰ ਖੀਰ ਖਵਾਉਂਦੇ ਹੋ, ਤੁਸੀਂ ਆਪ ਵੀ ਖਾਂਦੇ ਹੋ। ਬਾਬਾ ਜੀ ਨੇ ਇਹ ਵੀ ਕਿਹਾ ਸੀ ਕਿ ਸ਼ੂਗਰ ਉਹਨੂੰ ਹੁੰਦੀ ਹੈ ਜਿਹੜਾ ਜ਼ਿਆਦਾ ਮਿੱਠਾ ਹੁੰਦਾ ਹੈ। ਇਸ ਉੱਤੇ ਵੀ ਸੰਗਤ ਮੁਸਕਰਾਈ। ਤਾਂ ਮਾਹੌਲ ਬਹੁਤ ਹਸਨੁਮਾ ਬਣਿਆ ਹੋਇਆ ਸੀ। ਤਾਂ ਦੋਸਤੋ ਇਹ ਕੁਐਸਚਨ ਮੈਂ ਤਾਂ ਸ਼ੇਅਰ ਕੀਤਾ ਕਿ ਸਾਨੂੰ ਇੱਕ ਮੋਟੀਵੇਸ਼ਨ ਮਿਲੇ। ਜਿਵੇਂ ਸੰਤ ਜਨ ਜਦੋਂ ਸਾਡੇ ਦਰਮਿਆਨ ਆਉਂਦੇ ਹਨ ਤਾਂ ਉਹਨਾਂ ਨੂੰ ਵੀ ਉਹ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਇੱਕ ਆਮ ਇਨਸਾਨ ਇੱਕ ਉਦਾਹਰਨ ਬਣ ਕੇ ਆਉਂਦੇ ਨੇ। ਤਾਂ ਕਈ ਦੋਸਤ ਸਾਡੇ ਵਿੱਚੋਂ ਹੈਗੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕ੍ਰਿਟੀਕਲ ਡਿਜ਼ੀਜ਼ ਵਿੱਚੋਂ ਨਿਕਲਣਾ ਪੈਂਦਾ ਹੈ।
ਤਾਂ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕਦੀ ਆ। ਇੱਕ ਵਾਰ ਵੀ ਬਾਬਾ ਜੀ ਨੇ ਕਿਹਾ ਸੀ ਕਿ ਜ਼ਿਆਦਾਤਰ ਤਾਂ ਇਹ ਸਰੀਰ ਦੇ ਰੋਗ ਸਾਡੇ ਕਰਮਾਂ ਕਰਕੇ ਆਉਂਦੇ ਨੇ, ਲੇਕਿਨ ਇਹ ਸਰੀਰ ਮਾਇਆ ਰੂਪੀ ਆ, ਇਹਨੂੰ ਜੰਗ ਵੀ ਲੱਗਣਾ, ਤਾਂ ਕਰਕੇ ਇਹ ਰੋਗ ਇਹਨੂੰ ਆਉਂਦੇ ਰਹਿੰਦੇ ਨੇ। ਅਗਲਾ ਕੁਐਸਚਨ ਇੱਕ ਮੁੰਡੇ ਨੇ ਪੁੱਛਿਆ ਸੀ ਕਿ ਬਾਬਾ ਜੀ ਜਿਹੜਾ ਪਰਮਾਤਮਾ ਹੈ ਉਹ ਕਦੇ ਜੁਨਾਂ ਵਿੱਚ ਨਹੀਂ ਆਇਆ, ਤੇ ਜਿੰਨੇ ਵੀ ਅਵਤਾਰ ਹੋਏ ਉਹਨਾਂ ਜਿਨ੍ਹਾਂ ਨੂੰ ਆਪਾਂ ਪੂਜਦੇ ਹਾਂ, ਕੀ ਥੋੜ੍ਹਾ ਭੇਦ ਖੋਲ੍ਹੋ। ਇੱਦਾਂ ਕੁਝ ਕੁਐਸਚਨ ਉਹਨੇ ਪੁੱਛਿਆ ਸੀ। ਤਾਂ ਬਾਬਾ ਜੀ ਨੇ ਫਰਮਾਇਆ ਸੀ ਕਿ ਆਪਾਂ ਬੇਟਾ ਕਹਿੰਦੇ ਹਾਂ ਕਿ ਡੁੱਬਦੇ ਨੂੰ ਤਿਨਕੇ ਦਾ ਵੀ ਸਹਾਰਾ ਹੁੰਦਾ। ਸੋ ਆਸਥਾ ਤਾਂ ਹੈਗੀ ਆ, ਮਿਲੂਗਾ ਤਾਂ ਆਪਣੀ ਕਰਨੀ ਦੇ ਨਾਲ ਮਿਲੂਗਾ। ਸੋ ਇਹ ਸਾਡੀ ਕਰਨੀ ਸਹੀ ਹੋਊਗੀ, ਆਪਾਂ ਜ਼ਰੂਰ ਤਰੱਕੀ ਕਰਾਂਗੇ। ਹੁਣ ਦੇਖੋ, ਸਾਡੇ ਵਾਸਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਮੁਸ਼ਕਿਲ ਹੋ ਗਿਆ ਕਿ ਇੱਕ ਪਰਮਾਤਮਾ ਤਾਂ ਹੈ, ਉਹਦੇ ਵਿੱਚ ਇੰਨੀ ਤਾਕਤ ਹੋ ਸਕਦੀ ਹੈ। ਇਸ ਵਕਤ ਦੇਖੋ, ਉੱਤੇ ਦੇਖਦੇ ਹਾਂ ਤਾਂ ਇੱਕ ਸੂਰਜ ਦਿਖਾਈ ਦਿੰਦਾ ਸਾਨੂੰ, ਨੀਚੇ ਦੇਖਦੇ ਹਾਂ ਤਾਂ ਅਲੱਗ-ਅਲੱਗ ਕਿਰਨਾਂ ਦਿਖਾਈ ਦਿੰਦੀਆਂ ਹਨ। ਹੁਣ ਸੱਚ ਕੀ ਆ? ਹੁਣ ਦੇਖੋ, ਜਿਹੜੀ ਕਿਰਨ ਹੈ ਉਹ ਸੂਰਜ ਤੋਂ ਬਗੈਰ ਨਹੀਂ ਰਹਿ ਸਕਦੀ, ਸੂਰਜ ਕਿਰਨ ਤੋਂ ਬਗੈਰ ਰਹਿ ਸਕਦਾ ਹੈ। ਸੋ ਸਾਨੂੰ ਸਮਝਾਉਣ ਵਾਸਤੇ ਆਪ ਨੇ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਇੱਕ ਦਾਇਰਾ ਬਣਾ ਦਿੱਤਾ, ਮਗਰ ਤਾਕਤ ਤਾਂ ਉਹਦੇ ਹੱਥ ਵਿੱਚ ਹੈ ਨਾ। ਹੋਰ ਵੀ ਬਾਬਾ ਜੀ ਨੇ ਉਹਨੂੰ ਕਾਫੀ ਡੀਪਲੀ ਸਮਝਾਇਆ ਸੀ ਕਿ ਆਪਾਂ ਨੇ ਉਸ ਇੱਕ ਮਾਲਿਕ ਦੀ ਭਗਤੀ ਕਰਨੀ ਹੈ। ਅਗਲਾ ਕੁਐਸਚਨ ਉਸ ਮੁੰਡੇ ਨੇ ਪੁੱਛਿਆ ਕਿ ਬਾਬਾ ਜੀ ਅਗਰ ਕੋਈ ਈਵਲ ਸਪਿਰਿਟ ਕਿਸੇ ਬੋਡੀ ਤੇ ਕਬਜ਼ਾ ਕਰ ਲੈਂਦੀ ਹੈ ਤਾਂ ਉਸ ਪਰਸਨ ਤੇ ਕੋਈ ਗੁਰੂ ਦਾ ਹੱਥ ਨਹੀਂ ਹੈ, ਤਾਂ ਉਹ ਕਿਵੇਂ ਡੀਲ ਕਰੂਗਾ? ਬਾਬਾ ਜੀ ਨੇ ਕਿਹਾ ਕਿ ਸਭ ਤੋਂ ਈਵਲ ਸਪਿਰਿਟ ਤੁਹਾਡਾ ਮਨ ਹੈ, ਹੋਰ ਕੋਈ ਈਵਲ ਸਪਿਰਿਟ ਨਹੀਂ ਹੈਗੀ। ਦੇਖੋ, ਦੁਨੀਆ ਦੀ ਰੀਤ ਹੈ, ਜੇ ਆਪਾਂ ਕਮਜ਼ੋਰੀ ਦਿਖਾਵਾਂਗੇ ਸਭ ਚੀਜ਼ ਦਾ ਤੁਹਾਡੇ ਤੇ ਅਸਰ ਹੋਊਗਾ। ਤਾਕਤ ਦਿਖਾਵਾਂਗੇ, ਕੋਈ ਆਪਣਾ ਬਾਲ ਨਹੀਂ ਵਾਂਕਾ ਕਰ ਸਕਦਾ। ਕਿਹੜੀਆਂ ਚੀਜ਼ਾਂ ਵਿੱਚ ਆਪਾਂ ਪੈ ਜਾਂਦੇ ਹਾਂ। ਅਗਲਾ ਕੁਐਸਚਨ ਇੱਕ ਕੁੜੀ ਨੇ ਪੁੱਛਿਆ ਸੀ ਪੜ੍ਹਾਈ ਬਾਰੇ ਕਿ ਬਾਬਾ ਜੀ ਮੈਂ ਫਲਾਣਾ ਸਟੱਡੀ ਕਰਦੀ ਹਾਂ। ਤਾਂ ਬਾਬਾ ਜੀ ਨੇ ਫਰਮਾਇਆ ਕਿ ਮੇਰੇ ਕੋਲੋਂ ਪੜ੍ਹਾਈ ਬਾਰੇ? ਸੰਗਤ ਮੁਸਕਰਾਈ। ਤਾਂ ਬਾਬਾ ਜੀ ਨੇ ਅੱਗੇ ਕਿਹਾ ਕਿ ਮੈਂ ਆਪ ਨਹੀਂ ਪੜ੍ਹਾਈ ਕੀਤੀ ਤਾਂ ਤੁਹਾਨੂੰ ਕੀ ਸਮਝਾਊਂਗਾ। ਸੰਗਤ ਬਹੁਤ ਹੱਸੀ। ਅਗਲਾ ਕੁਐਸਚਨ ਉਸ ਕੁੜੀ ਨੇ ਕੁਛ ਇੱਦਾਂ ਪੁੱਛਿਆ ਸੀ ਕਿ ਬਾਬਾ ਜੀ ਮੈਂ ਕੋਈ ਕੋਰਸ ਕਰਨਾ ਵਾ, ਤਾਂ ਉਹ ਇੰਗਲਿਸ਼ ਮੀਡੀਅਮ 'ਚ ਕਰਾਂ ਜਾਂ ਹਿੰਦੀ ਮੀਡੀਅਮ 'ਚ? ਉਹਦਾ ਕੋਈ ਨੋਨ ਕਹਿੰਦਾ ਹੈ ਕਿ ਇੰਗਲਿਸ਼ ਮੀਡੀਅਮ 'ਚ ਕਰ। ਤਾਂ ਬਾਬਾ ਜੀ ਨੇ ਸਮਝਾਉਂਦੇ ਬਹੁਤ ਇੱਕ ਫਨੀ ਗੱਲ ਵੀ ਕਹੀ ਸੀ, ਜਿਸ ਉੱਤੇ ਸੰਗਤ ਬਹੁਤ ਜ਼ਿਆਦਾ ਹੱਸੀ ਸੀ। ਬਾਬਾ ਜੀ ਨੇ ਪਹਿਲਾਂ ਤਾਂ ਫਰਮਾਇਆ ਕਿ ਦੇਖੋ ਬੇਟਾ, ਕੀ ਫ਼ਰਕ ਪੈਂਦਾ ਹੈ, ਆਪਾਂ ਤਾਂ ਡਾਕਟਰ ਬਣਨਾ ਜਾਂ ਜੋ ਮਰਜ਼ੀ ਬਣਨਾ ਹੈ, ਹੁਣ ਜਿਸ ਮਰਜ਼ੀ ਜ਼ੁਬਾਨ ਵਿੱਚ ਪੜ੍ਹੀਏ। ਫਿਰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤਾ ਕਿ ਹੁਣ ਜੇ ਆਪਾਂ ਨੇ ਗਾਲ ਕੱਢਣੀ ਹੈ ਤਾਂ ਜਿਸ ਮਰਜ਼ੀ, ਵੈਸੇ ਤਾਂ ਸਭ ਤੋਂ ਚੰਗੀ ਗਾਲ ਪੰਜਾਬੀ ਵਿੱਚ ਕੱਢੀ ਜਾਂਦੀ ਹੈ। ਇਸ ਉੱਤੇ ਸੰਗਤ ਬਹੁਤ ਹੱਸੀ। ਮਗਰ ਗਾਲ ਤਾਂ ਗਾਲ ਹੁੰਦੀ ਹੈ, ਭਾਵੇਂ ਇੰਗਲਿਸ਼ ਕੱਢੋ ਭਾਵੇਂ ਹਿੰਦੀ 'ਚ ਕੱਢੋ। ਸੋ ਇਹ ਤੁਹਾਡੇ ਉੱਤੇ ਹੈ, ਆਪਾਂ ਜ਼ਰੂਰੀ ਤਾਂ ਨਹੀਂ ਕਿ ਸਭ ਕੁਝ ਅੰਗਰੇਜ਼ੀ ਵਿੱਚ ਹੀ ਪੜ੍ਹਨਾ ਹੈ, ਹਿੰਦੀ ਵਿੱਚ ਵੀ ਆਪਾਂ ਕਰ ਸਕਦੇ ਹਾਂ, ਇਹਦੇ ਵਿੱਚ ਕੋਈ ਮਨਾਹੀ ਤਾਂ ਨਹੀਂ ਹੈਗੀ। ਮਗਰ ਇਹ ਯਾਦ ਰੱਖੀ, ਜੇ ਕਿਸੇ ਨੂੰ ਕੁਝ ਕਹਿਣਾ ਹੈ ਤਾਂ ਪੰਜਾਬੀ 'ਚ ਗਾਲ। ਇਸ ਉੱਤੇ ਵੀ ਸੰਗਤ ਬਹੁਤ ਹੱਸੀ। ਅਗਲਾ ਕੁਐਸਚਨ, ਬਾਬਾ ਜੀ ਆਪਣੀ ਸਪਿਰਿਚੁਅਲ ਲਾਈਫ 'ਚ ਕਿਵੇਂ ਬੈਲੈਂਸ ਰੱਖਣਾ ਹੈ? ਬਾਬਾ ਜੀ ਨੇ ਫਰਮਾਇਆ ਜ਼ਿੰਦਗੀ ਦੀ ਹਰੇਕ ਚੀਜ਼ ਵਿੱਚ ਬੈਲੈਂਸ ਚਾਹੀਦਾ ਹੈ। ਕਿਹੜੀ ਚੀਜ਼ ਹੈ ਜਿੱਥੇ ਬੈਲੈਂਸ ਨਹੀਂ ਚਾਹੀਦਾ? ਸਾਈਕਲ ਚਲਾਓਗੇ, ਜੇ ਬੈਲੈਂਸ ਨਹੀਂ ਰਹੂਗਾ ਤਾਂ ਡਿੱਗ ਜਾਓਗੇ। ਖਾਣਾ ਖਾਂਦੇ ਹਾਂ, ਉਸ ਵਿੱਚ ਪ੍ਰੋਟੀਨ ਵੀ ਹੋਣਾ ਚਾਹੀਦਾ, ਕਾਰਬੋਹਾਈਡਰੇਟਸ ਵੀ ਹੋਣੇ ਚਾਹੀਦੇ ਨੇ, ਵਿਟਾਮਿਨਸ ਵੀ ਹੋਣੇ ਚਾਹੀਦੇ ਨੇ, ਸਾਰਾ ਕੁਝ ਹੋਣਾ ਚਾਹੀਦਾ। ਬੱਚਾ ਕਵੇ ਮੈਂ ਪੜ੍ਹਾਈ ਨਹੀਂ ਕਰਨੀ, ਖੇਲਣਾ ਹੈ, ਮਾਂ ਇਹੀ ਕਹੂਗੀ ਬੇਟਾ ਖੇਲਣ ਦਾ ਆਪਣਾ ਵਕਤ ਹੈ, ਪੜ੍ਹਨ ਦਾ ਆਪਣਾ ਵਕਤ ਹੈ। ਫਿਰ ਉਹਨੇ ਪੁੱਛਿਆ ਕਿ ਜਦੋਂ ਆਪਾਂ ਸੇਵਾ ਕਰਦੇ ਹਾਂ ਅਤੇ ਜੇ ਕੋਈ ਕੰਮ ਪੈ ਜਾਏ ਤਾਂ ਪਹਿਲ ਕਿਹਨੂੰ ਦੇਣੀ ਚਾਹੀਦੀ ਹੈ? ਉੱਥੇ ਕੰਮ ਪਏ ਤੇ ਛੱਡ ਕੇ ਆ ਜਾਣਾ ਚਾਹੀਦਾ ਜਾਂ? ਬਾਬਾ ਜੀ ਨੇ ਫਰਮਾਇਆ ਕਿ ਦੇਖੋ, ਜਦੋਂ ਪੜ੍ਹ ਰਹੇ ਹਾਂ ਤਾਂ ਪਹਿਲ ਪੜ੍ਹਾਈ ਨੂੰ ਦੇਣੀ ਚਾਹੀਦੀ ਹੈ। ਜੇ ਕੋਈ ਕੰਮ ਕਰਦੇ ਹਾਂ ਤਾਂ ਉਹ ਵੀ ਜ਼ਰੂਰੀ ਹੈ। ਜੇ ਆਪਾਂ ਕੰਮ ਵਿੱਚ ਧਿਆਨ ਨਹੀਂ ਲਾਵਾਂਗੇ ਤਾਂ ਦੂਜੇ ਉੱਤੇ ਮੁਹਤਾਜ ਹੋ ਜਾਵਾਂਗੇ, ਫਿਰ ਸੇਵਾ ਵੀ ਨਹੀਂ ਹੋਣੀ ਸਾਡੇ ਤੋਂ।